ਲੜੀਵਾਰ ਕਥਾ ਰਾਗ ਬਿਲਾਵਲ ਵਿੱਚ ਆਪ ਜੀ ਸਰਵਣ ਕਰ ਰਹੇ ਹੋ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ 848 ਅੰਗ ਤੇ ਲੜੀਵਾਰ ਕਥਾ ਮਹਾਰਾਜ ਜੀ ਦੀ ਪਹੁੰਚੀ ਹੈ। ਛੰਤ ਚੱਲ ਰਹੇ ਨੇ। ਜਗਤ ਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਬਚਨ ਨੇ। ਸਰਵਣ ਕਰਨ ਤੋਂ ਪਹਿਲਾਂ ਆਖੀਏ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਪੰਜਵਾ। ਹਰ ਖੋਜੋ ਵਡ ਭਾਗੀ ਹੋ, ਮਿਲ ਸਾਧੂ ਸੰਗੇ ਰਾਮ। ਬਿਲਾਵਲ ਰਾਗ ਹੈ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ ਨੇ, ਹਰੀ ਨੂੰ ਖੋਜੋ ਵੱਡੇ ਭਾਗਾਂ ਵਾਲਿਓ ਖੋਜੋ। ਪੰਜਵੇਂ ਪਾਤਸ਼ਾਹ ਕਹਿੰਦੇ ਆ ਖੋਜੋ, ਕਿਉਂਕਿ ਖੋਜ ਕਰਨੀ ਵੱਡੇ ਭਾਗਾਂ ਵਾਲਿਆਂ ਦੇ ਹਿੱਸੇ ਆਉਂਦੀ ਹੈ। ਖੋਜੋ। ਅਸੀਂ ਖੋਜਦੇ ਨਹੀਂ, ਅਸੀਂ ਝਗੜਾ ਕਰਦੇ ਹਾਂ, ਅਸੀਂ ਵਿਵਾਦ ਕਰਦੇ ਹਾਂ। ਖੋਜਣ ਵਾਲਾ ਵਿਵਾਦ ਨਹੀਂ ਕਰਦਾ, ਝਗੜਾ ਨਹੀਂ ਕਰਦਾ, ਉਹ ਸਿਰਫ ਖੋਜਦਾ। ਕਦੇ ਤਾਂ ਐਸਾ ਦਿਨ ਆਵੇਗਾ ਜਿਸ ਦਿਨ ਮੈਨੂੰ ਉਹ ਵਸਤੂ ਮਿਲ ਜਾਏਗੀ ਜੋ ਮੈਂ ਖੋਜ ਰਿਹਾ। ਉਹਨੂੰ ਇਹ ਭਰੋਸਾ ਹੁੰਦਾ। ਮਹਾਰਾਜ ਜੀ ਕਹਿੰਦੇ ਵੱਡੇ ਭਾਗਾਂ ਵਾਲਿਓ ਹਰੀ ਨੂੰ ਖੋਜੋ। ਪੁੱਛਿਆ ਜੀ ਕਿੱਥੇ ਜਾ ਕੇ ਖੋਜੀਏ? ਕੋਈ ਜਗ੍ਹਾ ਤਾਂ ਦੱਸ ਦਿਓ ਮਹਾਰਾਜ, ਕੋਈ ਟਿਕਾਣਾ ਤਾਂ ਦੱਸ ਦਿਓ। ਕਿੱਥੇ ਜਾ ਕੇ ਖੋਜੀਏ ਮਹਾਰਾਜ, ਲੱਭੀਏ ਕਿੱਥੇ? ਤਾਂ ਮਹਾਰਾਜ ਜੀ ਕਹਿੰਦੇ ਇੱਕੋ ਇੱਕ ਸਥਾਨ ਹੈ, ਉਹ ਹੈ ਮਿਲ ਸਾਧੂ ਸੰਗੇ ਰਾਮ। ਸਾਧੂ ਜਨਾਂ ਦੀ ਸੰਗਤ ਵਿੱਚ ਜਾ ਕੇ ਮਿਲ ਕੇ ਖੋਜੋ, ਕਿਉਂਕਿ ਰੱਬ ਨੇ ਜੇ ਪ੍ਰਾਪਤ ਹੋਣਾ, ਜੇ ਉਹਨੂੰ ਖੋਜਣਾ ਤੇ ਉਹਨੇ ਸਾਧ ਸੰਗਤ ਵਿੱਚੋਂ ਹੀ ਮਿਲਣਾ। ਬਿਨਾਂ ਸਾਧੂ ਦੇ ਸੰਗ ਤੋਂ ਨਹੀਂ ਖੋਜਿਆ ਜਾਣਾ। ਇਹ ਵੱਡਿਆਂ ਭਾਗਾਂ ਵਾਲਿਓ ਹਰੀ ਨੂੰ ਖੋਜੋ। ਪੁੱਛਿਆ ਜੀ ਕਿੱਥੇ ਖੋਜੀਏ? ਬਿਲ ਸਾਧੂ ਸੰਗੇ ਰਾਮ। ਇਹ ਭਾਈ ਸਾਧ ਸੰਗਤ ਵਿੱਚ ਮਿਲ ਕੇ ਖੋਜੋ। ਸਾਧ ਸੰਗਤ ਵਿੱਚ ਮਿਲ ਕੇ ਉਸ ਨੂੰ ਲੱਭੋ, ਭਾਲੋ। ਗੁਣ ਗੋਬਿੰਦ ਸਦ ਗਾਈ ਹੈ, ਪਾਰ ਬ੍ਰਹਮ ਕੈ ਰੰਗੇ ਰਾਮ। ਇਹ ਭਾਈ ਸਾਧ ਸੰਗਤ ਵਿੱਚ ਆ ਕੇ ਉਸ ਪ੍ਰਭੂ ਅਕਾਲ ਪੁਰਖ ਪਰਮੇਸ਼ਰ ਦੇ ਪਾਰ ਬ੍ਰਹਮ ਦੇ ਗੁਣ ਗਾਈਏ। ਉਹਦੇ ਗੁਣ ਗਾਓ ਔਰ ਉਸ ਪਾਰ ਬ੍ਰਹਮ ਪਰਮੇਸ਼ਰ ਦੇ ਪ੍ਰੇਮ ਰੰਗ ਵਿੱਚ ਆਪਣੇ ਆਪ ਨੂੰ ਰੰਗ ਕੇ ਉਹਦੇ ਗੁਣ ਗਾਓ। ਉਹਦੇ ਪ੍ਰੇਮ ਰੰਗ ਵਿੱਚ ਆਪਣੇ ਆਪ ਨੂੰ ਰੰਗ ਕੇ ਉਸ ਦੇ ਗੁਣਾਂ ਨੂੰ ਗਾਇਨ ਕਰੋ। ਸੋ ਪ੍ਰਭ ਸਦ ਹੀ ਸੇਵੀਐ, ਪਾਈਐ ਹੈ ਫਲ ਮੰਗੇ ਰਾਮ। ਉਸ ਪ੍ਰਭੂ ਨੂੰ ਸਦਾ ਹੀ ਸੇਵੀਏ, ਸਦਾ ਹੀ ਸੇਵੀਏ, ਤਾਂ ਉਸ ਵਾਹਿਗੁਰੂ ਪਰਮੇਸ਼ਰ ਦੇ ਸਰੂਪ ਦੀ ਫਲ ਦੀ ਪ੍ਰਾਪਤੀ ਹੁੰਦੀ ਹੈ। ਸੇਵਾ ਹੀ ਇੱਕ ਐਸਾ ਪ੍ਰਕਾਰ ਹੈ ਜਿਸ ਨਾਲ ਪਰਮੇਸ਼ਰ ਕੋਲੋਂ ਮੋਕਸ਼ ਰੂਪੀ ਜੀਵਨ ਮੁਕਤ ਰੂਪੀ ਫਲ ਦੀ ਪ੍ਰਾਪਤੀ ਹੁੰਦੀ। ਸੋ ਪ੍ਰਭ ਸਦ ਹੀ ਸੇਵੀਐ, ਪਾਈਐ ਫਲ ਮੰਗੇ ਰਾਮ। ਜਦੋਂ ਉਸ ਪ੍ਰਭੂ ਨੂੰ ਸੇਵੋਗੇ, ਜੋ ਫਲ ਮੰਗੋਗੇ ਉਹ ਫਲ ਉਸ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਕੋਲੋਂ ਪ੍ਰਾਪਤ ਹੋਵੇਗਾ। ਨਾਨਕ ਪ੍ਰਭ ਸ਼ਰਨਾਗਤੀ, ਜਪ ਅਨੰਤ ਤਰੰਗੇ ਰਾਮ। ਮਹਾਰਾਜ ਜੀ ਕਹਿੰਦੇ ਮੈਂ ਉਸ ਪ੍ਰਭੂ ਦੀ ਸ਼ਰਨ ਵਿੱਚ ਹਾਂ। ਐਸਾ ਪ੍ਰਭੂ ਜਿਹੜਾ ਅਨੰਤ ਤਰੰਗਾਂ ਦਾ ਮਾਲਕ ਹੈ, ਮੈਂ ਉਹਨੂੰ ਜਪਦਾ ਹਾਂ। ਹੇ ਭਾਈ ਉਹਨੂੰ ਜਪੋ ਜਿਹੜਾ ਅਨੰਤ ਤਰੰਗਾਂ ਦਾ ਮਾਲਕ ਹੈ। ਪਰਮੇਸ਼ਰ ਅਨੇਕ ਰੰਗਾਂ ਵਾਲਾ ਹੈ, ਉਹਦੀਆਂ ਅਨੇਕਾਂ ਹੀ ਤਰੰਗਾਂ ਨੇ। ਉਸ ਅਨਕ ਤਰੰਗੀ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦੇ ਜਾਪ ਨੂੰ ਜਪੋ, ਉਹਦੀ ਸ਼ਰਨ ਚ ਪਵੋ। ਇੱਕ ਤਿਲ ਪ੍ਰਭੂ ਨਾ ਵਿਸਰੈ, ਜਿਨ ਸਭ ਕਿਛ ਦੀਨਾ ਰਾਮ। ਇੱਕ ਦਿਲ ਮਾਤਰ ਵੀ ਪ੍ਰਭੂ ਨਾ ਵਿਸਰੇ। ਆਹ ਜਿਹਨੇ ਸਾਨੂੰ ਸਭ ਕੁਝ ਦਿੱਤਾ, ਉਹ ਸਾਡੇ ਹਿਰਦੇ ਚ ਇੱਕ ਤਿਲ ਮਾਤਰ ਵੀ ਨਾ ਵਿਸਰੇ। ਕਿਵੇਂ ਵਿਸਰ ਜੇ ਜਿਹਨੇ ਇੰਨਾ ਕੁਝ ਦਿੱਤਾ ਹੈ? ਜਨਮ ਤੋਂ ਲੈ ਕੇ ਹੁਣ ਤੱਕ ਕਿਤਨਾ ਕੁਝ ਦਿੱਤਾ ਹੈ, ਕਦੇ ਗਿਣਤੀ ਕਰ ਸਕਦੇ ਹੋ?
ਕਿਸੇ ਗਣਿਤ ਕਰਕੇ ਗਿਣਤੀ ਨਹੀਂ ਕਰ ਸਕਦੇ। ਜਿਸ ਨੇ ਇਤਨਾ ਕੁਝ ਦਿੱਤਾ ਹੈ ਵਾਹਿਗੁਰੂ ਨੇ, ਆਹਾ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਮੇਰੇ ਹਿਰਦੇ 'ਚ ਇੱਕ ਤਿਲ ਮਾਤਰ ਵੀ ਨਾ ਵਿਸਰੇ। हे ਗੁਰੂ ਤੇਗ ਬਹਾਦਰ ਸਾਹਿਬ ਨੌਵੇਂ ਪਾਤਸ਼ਾਹ, ਆਪ ਨੇ ਸਾਨੂੰ ਕਿੰਨਾ ਕੁਝ ਬਖਸ਼ਿਆ, ਅਸੀਂ ਅਕਿਰਤ ਘਣ ਹਾਂ। ਕਿਰਪਾ ਕਰੋ ਸਾਡੇ ਹਿਰਦੇ 'ਚ ਇੱਕ ਤਿਲ ਮਾਤਰ ਵੀ ਨਾ ਵਿਸਰਿਓ, ਤਿਲ ਮਾਤਰ ਵੀ। ਤਿਲ ਦਾ ਮਤਲਬ ਹੁੰਦਾ ਕਿਣਕੇ ਭਰਦਾ ਸਮਾਂ, ਇਤਨਾ ਸਮਾਂ ਵੀ ਮੇਰੇ ਹਿਰਦੇ 'ਚੋਂ ਨਾ ਵਿਸਰਿਓ। ਇੱਕ ਤਿਲ ਪ੍ਰਭੂ ਨਾ ਵਿਸਰੈ, ਜਿਨ ਸਭ ਕੁਛ ਦੀਨਾ ਰਾਮ, ਜਿਸ ਨੇ ਸਾਰਾ ਕੁਝ ਹੀ ਦਿੱਤਾ ਹੈ, ਕੁਝ ਰੱਖਿਆ ਹੀ ਨਹੀਂ ਆਪਣੇ ਪਾਸ, ਸਭ ਕੁਝ ਹੀ ਬਖਸ਼ ਦਿੱਤਾ ਹੈ, ਬੇਅੰਤ ਦਾਤਾਂ ਦੇ ਕੇ ਨਿਵਾਜ ਦਿੱਤਾ ਹੈ। ਐਸੇ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਜੀਓ, ਮੇਰੇ ਹਿਰਦੇ 'ਚੋਂ ਇੱਕ ਤਿਲ ਮਾਤਰ ਵੀ ਸਮਾਂ ਨਾ ਵਿਸਰੋ। ਵਡ ਭਾਗੀ ਮੇਲਾਵੜਾ, ਗੁਰਮੁਖ ਪਿਰ ਚੀਨਾ ਰਾਮ। ਵੱਡਿਆਂ ਭਾਗਾਂ ਵਾਲਿਆਂ ਦਾ ਪਰਮੇਸ਼ਰ ਨਾਲ ਮਿਲਾਵੜਾ ਮਿਲਾਪ ਹੁੰਦਾ ਹੈ, ਤੇ ਜਿਹੜੇ ਗੁਰਮੁਖ ਨੇ ਨਾ, ਗੁਰਮੁਖ ਉਹੀ ਆਪਣੇ ਪਿਰ ਵਾਹਿਗੁਰੂ ਪਰਮੇਸ਼ਰ ਨੂੰ ਵੇਖਦੇ ਐ। ਗੁਰਮੁਖਾਂ ਨੂੰ ਹੀ ਆਪਣਾ ਪਿਰ ਪ੍ਰਮਾਤਮਾ ਨਜ਼ਰ ਆਉਂਦਾ ਹੈ। ਬਾਹਾਂ ਪਕੜ ਤਮ ਤੇ ਕਾਟਿਆ, ਕਰ ਆਪਣਾ ਲੀਨਾ ਰਾਮ। ਅੰਨੇ ਖੂਹ ਤੋਂ ਮੇਰੀ ਬਾਹ ਫੜ ਕੇ ਮੇਰੇ ਮਾਲਕ ਨੇ ਮੈਨੂੰ ਕੱਢ ਲਿਆ ਹੈ। ਅੰਨੇ ਖੂਹ 'ਚ ਮੈਂ ਡਿੱਗਿਆ ਪਿਆ ਸਾਂ, ਉਸ ਤਮ ਦੇ ਖੂਹ ਵਿੱਚੋਂ ਮੇਰੀ ਬਾਹ ਫੜ ਕੇ ਮੇਰੇ ਮਾਲਕ ਨੇ ਮੈਨੂੰ ਕੱਢ ਲਿਆ। ਕੱਢਿਆ ਹੀ ਨਹੀਂ, ਮੈਨੂੰ ਆਪਣਾ ਕਰ ਲਿਆ। ਬਾਹਰ ਕੱਢ ਕੇ ਅੰਨੇ ਖੂਹ 'ਚੋਂ ਮੇਰੇ ਪ੍ਰਭੂ ਨੇ, ਮੇਰੇ ਮਾਲਕ ਨੇ ਮੈਨੂੰ ਆਪਣਾ ਕਰ ਲਿਆ ਹੈ। ਨਾਮ ਜਪਤ ਨਾਨਕ ਜੀਵੈ, ਸੀਤਲ ਮਨ ਸੀਨਾ ਰਾਮ। ਧੰਨ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਮੈਂ ਉਹਦਾ ਨਾਮ ਜਪ ਕੇ ਜੀਵਦਾ ਹਾਂ, ਔਰ ਮੇਰਾ ਮਨ ਤੇ ਸੀਨਾ ਦੋਵੇਂ ਸ਼ੀਤਲ ਤੇ ਠੰਡੇ ਹੋ ਜਾਂਦੇ ਨੇ ਜਦੋਂ ਮੈਂ ਉਹਦਾ ਨਾਮ ਜਪਦਾ ਹਾਂ। ਉਹਦਾ ਨਾਮ ਜਪ ਕੇ ਜੀਵਦਾ ਹਾਂ, ਉਹਦਾ ਨਾਮ ਜਪ ਕੇ ਮੇਰਾ ਮਨ ਤੇ ਮੇਰਾ ਸੀਨਾ, ਸੀਨਾ ਦਾ ਮਤਲਬ ਮੇਰਾ ਹਿਰਦਾ, ਦੋਵੇਂ ਠੰਡੇ ਤੇ ਸ਼ੀਤਲ ਹੋ ਜਾਂਦੇ ਹਨ। ਕਿਆ ਗੁਣ ਤੇਰੇ ਕਹਿ ਸਕੋ, ਪ੍ਰਭ ਅੰਤਰ ਜਾਮੀ ਰਾਮ। हे ਪ੍ਰਭੂ ਤੂੰ ਅੰਤਰਜਾਮੀ ਹੈ, ਮੈਂ ਤੇਰੇ ਕਿਹੜੇ ਕਿਹੜੇ ਗੁਣ ਕਹਾਂ, ਕਿਹੜੇ ਕਿਹੜੇ ਗੁਣਾਂ ਨੂੰ ਬਿਆਨ ਕਰਾਂ। ਤੂੰ ਬੇਅੰਤ ਗੁਣਾਂ ਦਾ ਮਾਲਕ ਹੈ, ਤੂੰ ਅੰਤਰਜਾਮੀ ਹੈ ਮਹਾਰਾਜ, ਤੂੰ ਸਾਡੇ ਦਿਲਾਂ ਦੀਆਂ ਬੁੱਝਣ ਵਾਲਾ ਹੈ। ਮਹਾਰਾਜ ਤੁਹਾਡੇ ਕਿਹੜੇ ਕਿਹੜੇ ਗੁਣ ਕਹੀਏ, ਕਿਹੜੇ ਕਿਹੜੇ ਗੁਣਾਂ ਨੂੰ ਗਾਈਏ ਮਹਾਰਾਜ। ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਮੈਂ ਆਪਣੀ ਤੁੱਛ ਜੀ ਬੁੱਧੀ ਮੁਤਾਬਕ ਅੰਦਾਜ਼ੇ ਲਾਉਣਾ, ਪਰ ਮੇਰੇ ਅੰਦਾਜ਼ੇ ਮਹਾਰਾਜ ਫੇਲ ਨੇ। ਮੇਰੇ ਅੰਦਾਜ਼ੇ ਲਾਏ ਹੋਏ ਫੇਲ ਨੇ, ਆਪਣੀ ਬੁੱਧੀ ਨਾਲ ਲਾਉਣਾ ਹਾਂ ਅੰਦਾਜ਼ੇ, ਕਿਆਸ ਰਾਈਆਂ ਬੜੀਆਂ ਲਾਈ ਦੀਆਂ ਨੇ, ਪਰ ਮਹਾਰਾਜ ਮੇਰੀ ਤੁੱਛ ਜੀ ਬੁੱਧੀ ਕੀ ਅੰਦਾਜ਼ੇ ਲਾਵੇਗੀ। ਇੱਕ ਬੋਲਾ ਮਨੁੱਖ ਸੀ, ਕੰਨਾਂ ਤੋਂ ਉੱਚਾ ਸੁਣਦਾ ਸੀ। ਉਹਦਾ ਕੋਈ ਮਿੱਤਰ ਸੀ, ਬਿਮਾਰ ਹੋ ਗਿਆ। ਉਹ ਬੋਲੇ ਦੇ ਨਾਲ ਉਹਦਾ ਇੱਕ ਪੋਤਰਾ ਸੀ ਜਵਾਨ, ਉਹਨੂੰ ਨਾਲ ਲੈ ਲੈਂਦਾ ਸੀ। ਜਦੋਂ ਕਿਸੇ ਨਾਲ ਗੱਲਬਾਤ ਕਰਨੀ ਹੁੰਦੀ ਉਹ ਉੱਚੀ ਆਵਾਜ਼ ਵਿੱਚ ਬੋਲਦਾ ਤੇ ਇਹਨੂੰ ਸੁਣਦਾ ਸੀ। ਜਦੋਂ ਕਿਸੇ ਨਾਲ ਗੱਲਬਾਤ ਕਰਨੀ ਹੁੰਦੀ ਸੀ ਆਪਣੇ ਉਸ ਪੋਤਰੇ ਨੂੰ ਉਹਨੇ ਨਾਲ ਲੈ ਜਾਣਾ। ਉਹ ਜਿਹੜੇ ਉਹਦੇ ਮਿੱਤਰ ਨੇ ਕਿਸੇ ਨੇ ਗੱਲ ਕਰਨੀ, ਪੋਤਰੇ ਨੇ ਉੱਚੀ ਆਵਾਜ਼ ਵਿੱਚ ਬੋਲ ਕੇ ਇਹਦੇ ਕੰਨ 'ਚ ਦੱਸਣਾ, ਇਹਨੇ ਫਿਰ ਜਵਾਬ ਦੇ ਦੇਣਾ। ਇੱਕ ਦਿਨ ਇਹਦਾ ਮਿੱਤਰ ਬਿਮਾਰ ਹੋ ਗਿਆ, ਕਹਿੰਦਾ ਉਹਦੀ ਖਬਰ ਲੈਣ ਜਾਣਾ, ਪਰ ਪੋਤਰਾ ਘਰ 'ਚ ਨਹੀਂ ਸੀ। ਕਹਿੰਦਾ ਚਲੋ ਕਿਹੜੀ ਕੋਈ ਲੰਮੀ ਚੌੜੀ ਗੱਲ ਕਰਨੀ, ਹਾਲ ਹੀ ਪੁੱਛਣਾ, ਅੰਦਾਜ਼ਾ ਲਾ ਲਵਾਂਗਾ ਕੀ ਕਹਿੰਦਾ। ਗੱਲਬਾਤ ਕਰਨ ਦੀਆਂ ਉਹਦੀਆਂ ਆਵਾਜ਼ ਨਹੀਂ ਸੁਣਾਈ ਦੇਵੇਗੀ, ਅੰਦਾਜ਼ਾ ਲਾ ਲਵਾਂਗਾ। ਗਿਆ, ਜਾ ਕੇ ਆਪਣੇ ਮਿੱਤਰ ਨੂੰ ਪਹਿਲਾਂ ਸਤਿ ਸ੍ਰੀ ਅਕਾਲ ਕਹੀ ਬੈਠ ਗਿਆ।
ਕਹਿਣ ਲੱਗਾ ਕੀ ਹਾਲ ਹੈ। ਹੁਣ ਉਹ ਬਿਮਾਰ ਸੀ ਵਿਚਾਰਾ, ਧੀਮੀ ਆਵਾਜ਼ ਵਿੱਚ ਬੋਲਿਆ, ਇਹਨੂੰ ਤਾਂ ਉੱਚਾ ਬੋਲ ਕੇ ਵੀ ਨਹੀਂ ਸੀ ਸੁਣਦਾ। ਮਿੱਤਰ ਬਿਮਾਰ ਸੀ, ਉਹ ਧੀਮੀ ਜੀ ਆਵਾਜ਼ 'ਚ ਬੋਲਿਆ, ਕਹਿੰਦਾ ਠੀਕ ਨਹੀਂ ਹਾਂ। ਇਹਨੇ ਪੁੱਛਿਆ ਕੀ ਹਾਲ ਹੈ, ਉਹਨੇ ਆਖਿਆ ਵੀ ਠੀਕ ਨਹੀਂ ਹਾਂ। ਇਹਨੇ ਅੱਗੋਂ ਆਖਿਆ ਵੀ ਇਹ ਤਾਂ ਬੜੀ ਪਰਮੇਸ਼ਰ ਦੀ ਕਿਰਪਾ ਹੈ। ਇਹਨੇ ਆਖਿਆ ਵੀ ਜਦੋਂ ਮੈਂ ਪੁੱਛਿਆ ਹੋਣਾ ਉਹਨੂੰ ਵੀ ਕੀ ਹਾਲ ਹੈ, ਉਹਨੇ ਜਵਾਬ ਇਹ ਹੀ ਦਿੱਤਾ ਹੋਣਾ ਵੀ ਹੁਣ ਕੁਝ ਠੀਕ ਆ। ਇਹਨੇ ਆਪਣਾ ਅੰਦਾਜ਼ਾ ਲਾਇਆ, ਸੁਣਦਾ ਤਾਂ ਸੀਗਾ ਨਹੀਂ, ਅੰਦਾਜ਼ਾ ਲਾਇਆ ਵੀ ਬੜੀ ਕਿਰਪਾ ਪਰਮੇਸ਼ਰ ਦੀ। ਉਹਨੇ ਤਾਂ ਕਿਹਾ ਵੀ ਠੀਕ ਨਹੀਂ, ਉਹਨੂੰ ਗੁੱਸਾ ਆ ਗਿਆ, ਖਿਝ ਗਿਆ ਵੀ ਇਹ ਚੰਗਾ ਬੰਦਾ ਹੈ, ਵੀ ਮੈਂ ਕਹਿਣਾ ਠੀਕ ਨਹੀਂ ਆ ਤਾਂ ਕਹਿੰਦਾ ਪਰਮੇਸ਼ਰ ਦੀ ਕਿਰਪਾ। ਦੂਸਰਾ ਸਵਾਲ ਉਸ ਬੋਲੇ ਨੇ ਫਿਰ ਕੀਤਾ ਉਹਨੂੰ, ਕਹਿੰਦਾ ਕਿਹੜੇ ਡਾਕਟਰ ਕੋਲੋਂ ਦਵਾਈ ਲੈ ਰਿਹਾ। ਹੁਣ ਉਹ ਖਿਜਿਆ ਹੋਇਆ ਸੀ, ਕਹਿਣ ਲੱਗਾ ਯਮਰਾਜ ਕੋਲੋਂ। ਅੱਗੋਂ ਇਹਨੇ ਆਖਿਆ ਵੀ ਇਹਨੇ ਆਖਿਆ ਹੋਣਾ ਫਲਾਣੇ ਡਾਕਟਰ ਕੋਲੋਂ। ਇਹਨੇ ਅੱਗੋਂ ਅੰਦਾਜ਼ੇ ਨਾਲ ਹੀ ਆਖਿਆ, ਕਹਿੰਦਾ ਉਹ ਡਾਕਟਰ ਤਾਂ ਬੜਾ ਕਾਬਲ ਡਾਕਟਰ ਹੈ, ਇਲਾਜ ਬੜਾ ਵਧੀਆ ਕਰਦਾ। ਫਿਰ ਉਹਨੇ ਆਖਿਆ ਡਾਕਟਰ ਨੇ ਤੈਨੂੰ ਆਖਿਆ ਕੀ ਹੈ ਖਾਣ ਨੂੰ, ਵੀ ਖਾਣਾ ਕਿਹੜਾ ਖਾਣਾ। ਹੁਣ ਉਹ ਗੁੱਸੇ ਵਿੱਚ ਖਿਜਿਆ ਹੋਇਆ, ਕਹਿੰਦਾ ਪੱਥਰ। ਕਹਿੰਦਾ ਹਾਂ ਇਹ ਬੜਾ ਹਲਕਾ ਖਾਣਾ, ਇਹ ਵਧੀਆ ਖਾਣਾ ਖਾਇਆ ਕਰ। ਹੁਣ ਕਈ ਵਾਰੀ ਸਾਡੇ ਲਾਏ ਅੰਦਾਜ਼ੇ ਜਿਹੜੇ ਹੁੰਦੇ ਆ ਨਾ, ਤੁੱਛ ਜੀ ਬੁੱਧੀ ਨਾਲ ਲਾਏ ਸਾਡੇ ਅੰਦਾਜ਼ੇ ਜਿਹੜੇ ਨੇ ਉਹ ਫੇਲ ਹੁੰਦੇ ਆ। ਪਰਮੇਸ਼ਰ ਬਾਰੇ ਵੀ ਜੇ ਹੁਣ ਅਸੀਂ ਅੰਦਾਜ਼ੇ ਲਾਈਏ ਤੁੱਛ ਜੀ ਬੁੱਧੀ ਨਾਲ, ਤੇ ਹੇ ਪ੍ਰਭੂ ਸਾਡੀ ਤੁੱਛ ਜੀ ਬੁੱਧੀ ਜਿੰਨੇ ਵੀ ਅੰਦਾਜ਼ੇ ਬੰਦਿਆਂ ਵਾਸਤੇ ਦੁਨੀਆ ਦੇ ਲਈ ਅੰਦਾਜ਼ੇ ਲਾਣੇ ਹੁਣ ਸਾਡੇ ਤਾਂ ਫੇਲ ਹੋ ਜਾਂਦੇ ਆ, ਤੇ ਰੱਬਾ ਤੇਰੇ ਵਾਸਤੇ ਕੀ ਅੰਦਾਜ਼ੇ ਲਾਈਏ। ਤੂੰ ਬੇਅੰਤ ਗੁਣਾ ਦਾ ਮਾਲਕ ਹੈ ਮਹਾਰਾਜ। ਮੈਂ ਜੋ ਕਹਿਣਾ ਚਾਹੁੰਦਾ ਹਾਂ, ਤੂੰ ਜੈਸਾ ਹੈ ਉਹ ਤੂੰ ਜਾਣਦਾ ਹੈ ਔਰ ਤੂੰ ਅੰਤਰਜਾਮੀ ਹੈ। ਮੈਨੂੰ ਕਹਿਣ ਦੀ ਵੀ ਲੋੜ ਨਹੀਂ, ਬੋਲ ਕੇ ਦੱਸਣ ਦੀ ਵੀ ਲੋੜ ਨਹੀਂ। हे ਪ੍ਰਭੂ ਤੂੰ ਅੰਤਰਜਾਮੀ ਹੈ। ਸਿਮਰ ਸਿਮਰ ਨਾਰਾਇਣ ਭਏ ਪਾਰ ਗਰਾਮੀ ਰਾਮ। ਉਸ ਨਾਰਾਇਣ ਨੂੰ ਸਿਮਰ ਸਿਮਰ ਸਿਮਰ। ਜਿਹੜੇ ਉਹਨੂੰ ਸਿਮਰਦੇ ਐ ਉਹ ਇਹ ਸੰਸਾਰ ਤੋਂ ਪਾਰਗ੍ਰਾਮੀ ਹੋ ਜਾਂਦੇ ਹਨ, ਇਹ ਸੰਸਾਰ ਤੋਂ ਪਾਰ ਉਤਰ ਜਾਂਦੇ ਹਨ। ਗੁਣ ਗਾਵਤ ਗੋਵਿੰਦ ਕੇ ਸਭ ਇੱਛਾ ਪੂਜਾਮੀ ਰਾਮ। ਉਸ ਗੋਬਿੰਦ ਦੇ ਗੁਣ ਗਾਓ ਭਾਈ, ਜਿਹਦੇ ਗੁਣ ਗਾਈਏ ਤੇ ਸਾਰੀਆਂ ਇੱਛਾਵਾਂ ਪੂਰਨ ਹੋ ਜਾਂਦੀਆਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਹਿਣਾ ਵੀ ਨਹੀਂ ਪੈਂਦਾ, ਮੰਗਣਾ ਵੀ ਨਹੀਂ ਪੈਂਦਾ, ਉਹਦੇ ਗੁਣ ਗਾਈਏ ਤੇ ਸਾਰੀਆਂ ਇੱਛਾਵਾਂ ਪੂਰਨ ਹੋ ਜਾਂਦੀਆਂ ਨੇ। ਇੱਛ ਪੁਜਾਮੀ ਰਾਮ, ਪੁਜਾਮੀ ਦਾ ਮਤਲਬ ਪੂਰੀਆਂ ਹੋ ਜਾਂਦੀਆਂ ਸਾਰੀਆਂ ਇੱਛਾਵਾਂ। ਨਾਨਕ ਉਧਰੇ ਜਪ ਹਰੇ ਸਭੂ ਕਾ ਸੁਆਮੀ ਰਾਮ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਹਰੀ ਨੂੰ ਜਪ ਕੇ ਉਧਰੇ ਹਾਂ, ਉਹ ਸਾਰਿਆਂ ਦਾ ਸੁਆਮੀ ਹੈ, ਉਹ ਸਾਰੇ ਜਗਤ ਦਾ ਮਾਲਕ ਹੈ, ਸਾਰੇ ਸੰਸਾਰ ਦਾ ਸੁਆਮੀ ਹੈ। ਰਸ ਭਿੰਨ ਅੜੇ ਆਪੋਣੇ ਰਾਮ ਸੰਗੇ ਸੇ ਲੋਏ ਨੀਕੇ ਰਾਮ। ਮਹਾਰਾਜ ਜੀ ਕਹਿੰਦੇ ਮੇਰੇ ਇਹ ਨੇਤਰ ਉਸ ਪਰਮੇਸ਼ਰ ਦੇ ਪ੍ਰੇਮ ਰਸ ਚ ਭਿੱਜੇ ਹੋਏ ਨੇ। ਕਹਿੰਦੇ ਜਿਹੜੀਆਂ ਅੱਖਾਂ ਉਸ ਪਰਮੇਸ਼ਰ ਦੇ ਪ੍ਰੇਮ ਰਸ ਚ ਭਿੱਜ ਗਈਆਂ, ਅਸਲ ਵਿੱਚ ਉਹੀ ਅੱਖਾਂ ਚੰਗੀਆਂ ਨੇ। ਲੋਇਣ ਨੀਕੇ ਰਾਮ, ਲੋਇਣ ਕਹਿੰਦੇ ਨੇ ਅੱਖਾਂ ਨੂੰ, ਜਿਹੜੀਆਂ ਅੱਖਾਂ ਉਹਦੇ ਪ੍ਰੇਮ ਚ ਭਿੱਜ ਜਾਣ। ਜਿਹੜੇ ਨੇਤਰਾਂ ਚ ਕਦੇ ਉਹਦੇ ਪ੍ਰੇਮ ਚ ਨੀਰ ਹੀ ਨਹੀਂ ਆਇਆ, ਉਹ ਅੱਖਾਂ ਕਾਹਦੀਆਂ, ਉਹ ਤਾਂ ਖੌਲੇ ਨੇ, ਉਹ ਕਿਸੇ ਕੰਮ ਦੇ ਨਹੀਂ। ਪਾਤਸ਼ਾਹ ਕਹਿੰਦੇ ਜਿਹੜੇ ਨੇਤਰ ਉਸ ਪਰਮੇਸ਼ਰ ਦੇ ਰਸ ਚ ਭਿੱਜ ਗਏ ਨੇ ਉਹੀ ਨੇਤਰ ਭਲੇ ਹਨ। ਪ੍ਰਭ ਪੇਖਤ ਇੱਛਾ ਪੁੰਨਿਆ ਮਿਲ ਸਾਜਨ ਜੀ ਕੇ ਰਾਮ। ਪ੍ਰਭੂ ਨੂੰ ਵੇਖਦਿਆਂ ਸਾਰੀਆਂ ਇੱਛਾਵਾਂ ਪੂਰਨ ਹੋ ਜਾਂਦੀਆਂ ਨੇ। ਮੇਰੇ ਪ੍ਰਭੂ ਮੇਰੇ ਸਾਜਨ ਜੀ ਜਦੋਂ ਮੈਨੂੰ ਮਿਲੇ, ਉਹਨੂੰ ਵੇਖਦਿਆਂ ਸਭ ਇੱਛਾਵਾਂ ਪੂਰਨ ਹੋ ਗਈਆਂ।
ਅੰਮ੍ਰਿਤ ਰਸ ਹਰ ਪਾਇਆ ਵਿਖਿਆ ਰਸ ਫੀਕੇ RAM। ਅੰਮ੍ਰਿਤ ਰਸ ਹਰੀ ਪਰਮੇਸ਼ਰ ਤੋਂ ਪ੍ਰਾਪਤ ਜਦੋਂ ਹੋਇਆ ਤੇ ਸਮਝ ਆਈ ਕਿ ਸੰਸਾਰ ਦੇ ਜਿਤਨੇ ਵਿਖੇ ਰਸ ਨੇ ਸਭ ਫਿੱਕੇ ਨੇ। ਹਾਂਜੀ। ਨਾਨਕ ਜਲ ਜਲ ਹੈ ਸਮਾਇਆ ਜੋਤੀ ਜੋਤ ਮੀਕੇ RAM। ਧੰਨ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਜਿਵੇਂ ਪਾਣੀ ਪਾਣੀ 'ਚ ਮਿਲ ਕੇ ਇੱਕ ਹੋ ਜਾਂਦਾ ਹੈ, ਉਹ ਜੋਤੀ ਉਸ ਪਰਮੇਸ਼ਰ ਵਿੱਚ ਮਿਲ ਕੇ ਇੱਕਮਿਕ ਹੋ ਗਈ ਹੈ। ਨੌਵੇਂ ਪਾਤਸ਼ਾਹ ਨੇ ਜੋ ਕਿਹਾ, ਜਿਉ ਪਾਨੀ ਸੰਗ ਪਾਨੀ ਨਾਨਕ ਲੀਨ ਭਇਓ ਗੋਬਿੰਦ। ਸੋ ਇੱਥੇ ਉਹੀ ਬਚਨ ਗੁਰੂ ਅਰਜਨ ਸਾਹਿਬ ਇੱਕਮਿਕ ਨੇ। ਨਾਨਕ ਜਲ ਜਲ ਹੈ ਸਮਾਇਆ ਜੋਤੀ ਜੋਤ ਮੀਕੇ RAM। ਜਿਵੇਂ ਪਾਣੀ ਵਿੱਚ ਪਾਣੀ ਮਿਲ ਕੇ ਅਭੇਦ ਹੁੰਦਾ ਹੈ, ਤਿਉਂ ਇਸ ਦੀ ਜੋਤ ਉਸ ਜੋਤੀ ਸਰੂਪ ਪਰਮੇਸ਼ਰ ਵਿੱਚ ਮਿਲ ਕੇ ਇੱਕਮਿਕ ਹੋ ਗਈ ਹੈ। ਸਤਿਗੁਰੂ ਜੀ ਕਿਰਪਾ ਕਰਨ, ਇਹ ਪਾਵਨ ਪਵਿੱਤਰ ਗੁਰਬਾਣੀ ਦੀ ਪਾਵਨ ਵਿਚਾਰ ਸਾਡੇ ਸਾਰਿਆਂ ਦੇ ਹਿਰਦਿਆਂ ਵਿੱਚ ਵਸੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।